अब मोको भय राजा राम सहाई। जन्म मरण कट परम गत पाई। हर हाओ वाहिगुरु जी का खालसा वाहिगुरु जी की फतेह। ਧੰਨ ਧੰਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 331। ਭਗਤਾਂ ਕੀ ਬਾਣੀ ਦੇ ਅੰਤਰਗਤ ਗੌੜੀ ਰਾਗ ਦੇ ਵਿੱਚ ਸ੍ਰੀ ਕਬੀਰ ਜੀਓ ਕਾ 40ਵਾਂ ਬਚਨ। ਸੋ ਬਚਨ ਦੇ ਪ੍ਰਾਰੰਭ ਵਿੱਚ ਰਹਾਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਆਪ ਮੋਕੋ ਭਏ ਰਾਜਾ ਰਾਮ ਸਹਾਈ, ਅਰਥਾਤ ਕਿ ਹੁਣ ਉਹ ਰਾਜਾ ਰਾਮ ਜੀ ਅਰਥਾਤ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਸਹਾਈ ਹੋਏ ਨੇ, ਮੇਰੇ ਮਦਦਗਾਰ ਹੋਏ ਨੇ। ਕਿਵੇਂ ਸਹਾਈ ਹੋਏ ਹਨ? ਕਹਿੰਦਾ ਜਨਮ ਮਰਨ ਕਟ ਪਰਮ ਗਤ ਪਾਈ। ਰਹਾਓ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਰਾਜਾ ਰਾਮ ਜੀ ਨੇ ਮੇਰਾ ਜਨਮ ਮਰਨ ਕੱਟ ਦਿੱਤਾ ਅਤੇ ਮੈਂ ਮਹਾਰਾਜ ਕਹਿੰਦੇ ਪਰਮ ਗਤ ਪਾਈ, ਅਰਥਾਤ ਕਿ ਸਭ ਤੋਂ ਉੱਚੀ ਅਵਸਥਾ ਪਾਉਣੀ ਕੀਤੀ ਹੈ। ਜੀਵਨ ਮੁਕਤੀ ਦੀ ਪ੍ਰਾਪਤੀ ਹੋਈ ਹੁਣ ਮੈਨੂੰ। ਸੋ ਰਹਾਉ ਵਾਲੀਆਂ ਪੰਕਤੀਆਂ ਤੋਂ ਉਪਰੰਤ ਬਚਨ ਦੇ ਪਹਿਲੇ ਪਦੇ 'ਚ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਸਾਧੂ ਸੰਗਤ ਦਿਓ ਰਲਾਏ, ਪੰਜ ਦੂਤ ਤੇ ਲਿਓ ਛਡਾਏ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਸਾਧੂ ਸੰਗਤ ਦਿਓ ਰਲਾਏ, ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਪਰਉਪਕਾਰ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਨੂੰ ਸਾਧ ਸੰਗਤ ਦੇ ਨਾਲ ਰਲਾ ਦਿੱਤਾ ਜਾਂ ਸਾਧ ਸਤਿਗੁਰੂ ਜੀਆਂ ਦੀ ਸੰਗਤ ਦੇ ਨਾਲ ਰਲਾਉਣਾ ਕੀਤਾ, ਇੱਕ ਮਿਕ ਕਰਨਾ ਕੀਤਾ, ਮਿਲਾਉਣਾ ਕੀਤਾ। ਪੰਜ ਦੂਤ ਤੇ ਲਿਓ ਛਡਾਏ, ਅਤੇ ਇਸ ਤਰ੍ਹਾਂ ਪਰਉਪਕਾਰ ਕਰਕੇ ਮਾਰੀ ਕਹਿੰਦੇ ਪਾਤਸ਼ਾਹ ਜੀ ਨੇ ਸਾਨੂੰ ਪੰਜਾਂ ਦੂਤਾਂ ਤੋਂ ਭਾਵ ਪੰਜਾਂ ਵਿਕਾਰਾਂ ਤੋਂ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਤੋਂ ਮਹਾਰਾਜ ਕਹਿੰਦੇ ਛਡਾ ਲਿਆ। ਹੋਰ ਕੀ ਪਰਉਪਕਾਰ ਕੀਤਾ? ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਤੇ ਮਹਾਰਾਜ ਨੇ ਸਾਡੇ 'ਤੇ ਇਹ ਪਰਉਪਕਾਰ ਕੀਤਾ। ਉਹਦੇ ਪਰਉਪਕਾਰ ਦੇ ਸਦਕਾ, ਬਖਸ਼ਿਸ਼ ਦੇ ਸਦਕਾ ਅਸੀਂ ਨਾਮ ਰੂਪੀ ਅੰਮ੍ਰਿਤ ਨੂੰ ਮਹਾਰਾਜ ਕਹਿੰਦੇ ਜਪਣਾ ਕੀਤਾ ਰਸਨਾ ਦੇ ਨਾਲ, ਜਾਂ ਫਿਰ ਜਪੋ ਜਪ ਰਸਨਾ ਅਰਥਾਤ ਕਿ ਨਾਮ ਰੂਪੀ ਜਾਪ ਨੂੰ ਜਪਣਾ ਕੀਤਾ ਰਸਨਾ ਦੇ ਨਾਲ, ਜਿਹੜਾ ਅੰਮ੍ਰਿਤ ਦੇ ਤੁੱਲ ਹੈ। ਔਰ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਅਮੋਲ ਦਾਸ ਕਰ ਲੀਨੋ ਆਪਣਾ, ਐੜਾ ਮੁਕਤਾ ਹੀ ਆ, ਕੰਨਾ ਨਹੀਂ ਲਾਉਣਾ, ਧਿਆਨ ਰੱਖਣਾ। ਅਤੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਦਾਸਰੇ ਬਣਾ ਲਿਆ। ਦਾਸਰੇ ਵੀ ਕਿਵੇਂ ਦੇ? ਅਮੋਲ ਦਾਸਰੇ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ। ਜਿਵੇਂ ਪਾਤਸ਼ਾਹ ਜੀ ਨੇ ਨਾ, ਉਹਨਾਂ ਦਾ ਕੋਈ ਮੁੱਲ ਨਹੀਂ, ਐਵੇਂ ਪਾਤਸ਼ਾਹ ਦੇ ਦਾਸਰਿਆਂ ਦਾ ਵੀ ਭਾਈ ਕੋਈ ਮੁੱਲ ਨਹੀਂ। ਅਮੋਲ ਦਾਸ ਕਰ ਲੀਨੋ ਆਪਣਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਆਪਣੇ ਅਮੁੱਲ ਦਾਸਰੇ ਕਰ ਲਿਆ ਸਾਡੇ 'ਤੇ ਕਿਰਪਾ ਕਰਕੇ। ਸਗੋਂ ਦੂਸਰੇ ਪਦੇ 'ਚ ਬਚਨ ਦੇ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਚਰਨ ਕਮਲ ਸਿਉ ਲਾਗੇ ਪ੍ਰੀਤ, ਗੋਬਿੰਦ ਬਸਾ ਨਿਤ ਨਿਤ ਚੀਤ। ਸਤਿਗੁਰ ਕੀਨੋ ਪਰ ਉਪਕਾਰ, ਪਰਉਪਕਾਰ ਨਿਰਸਵਾਰਥ ਭਲੇ ਨੂੰ ਕਹਿੰਦੇ ਨੇ, ਜਿਹਦੇ 'ਚ ਆਪਣਾ ਕੋਈ ਲਾਭ ਨਾ ਹੋਵੇ, ਉਂਝ ਹੀ ਕਿਸੇ ਦਾ ਭਲਾ ਕਰ ਦੇਣਾ। ਐਸਾ ਕਾਰਜ ਤਾਂ ਕੇਵਲ ਪਾਤਸ਼ਾਹ ਹੀ ਕਰ ਸਕਦੇ ਨੇ, ਸਤਿਗੁਰੂ ਪਾਤਸ਼ਾਹ ਹੀ। ਔਰ ਸਤਿਗੁਰ ਕੀਨੋ ਪਰਉਪਕਾਰ, ਕਬੀਰ ਪਾਤਸ਼ਾਹ ਕਹਿੰਦੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਉਂਝ ਹੀ ਸਾਡੇ 'ਤੇ ਤਰੁੱਠ ਕੇ ਪਰਉਪਕਾਰ ਕੀਤਾ, ਸਾਡਾ ਭਲਾ ਕੀਤਾ, ਸਾਡੇ 'ਤੇ ਇੱਕ ਅਹਿਸਾਨ ਕੀਤਾ ਮਹਾਰਾਜ ਜੀ ਨੇ। ਕਿਵੇਂ? ਕਾਢ ਲੀਨ ਸਾਗਰ ਸੰਸਾਰ, ਔਰ ਸਾਡੇ 'ਤੇ ਨਾਮ ਦੀ ਦਾਤ ਵਾਲਾ ਪਰਉਪਕਾਰ ਕਰਕੇ, ਆਪਣੀ ਸੰਗਤ ਵਾਲਾ ਪਰਉਪਕਾਰ ਕਰਕੇ ਸਾਨੂੰ ਸੰਸਾਰ ਰੂਪੀ ਸਾਗਰ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ ਕੱਢ ਲਿਆ ਮਹਾਰਾਜ ਜੀ ਨੇ। ਔਰ ਹੋਰ ਕੀ ਕੀਤਾ? ਮਹਾਰਾਜ ਕਹਿੰਦੇ ਚਰਨ ਕਮਲ ਸਿਉ ਲਾਗੇ ਪ੍ਰੀਤ, ਗੋਬਿੰਦ ਬਸਾ ਨਿਤ ਨਿਤ ਚੀਤ। ਹੁਣ ਉਹ ਗੋਬਿੰਦ ਅਰਥਾਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਕਮਲ ਸਿਉ ਲਾਗੀ ਪ੍ਰੀਤ, ਚਰਨ ਕਮਲਾਂ ਦੇ ਨਾਲ ਸਾਡੀ ਪ੍ਰੀਤ ਲੱਗ ਗਈ।
ਗੋਬਿੰਦ ਬਸਾ ਨਿਤਾ ਨਿਤ ਚੀਤ। ਤੇ ਉਹ ਗੋਬਿੰਦ ਜੀ ਉਹ ਸ੍ਰਿਸ਼ਟੀ ਦਾ ਰਾਜਾ ਅਕਾਲ ਪੁਰਖ ਵਾਹਿਗੁਰੂ ਜੀ ਨਿਤ ਨਿਤ ਸਾਡੇ ਚਿੱਤ ਦੇ ਵਿੱਚ ਵਸ ਗਿਆ ਹੈ। ਸਦਾ ਲਈ ਸਾਡੀ ਯਾਦ ਦੇ ਵਿੱਚ, ਸਾਡੇ ਚਿੰਤਨ ਦੇ ਵਿੱਚ ਉਹਨੇ ਆਪਣਾ ਘਰ ਕਰ ਲਿਆ ਹੈ। ਔਰ ਅੱਗੋਂ ਤੀਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਬਚਨ ਦੇ, ਕਹਿੰਦੇ ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ, ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋ ਤਤ ਅੰਤਰ ਜਾਮੇ, ਮਾਇਆ ਤਪਤ ਬੁਝਿਆ ਅੰਗਿਆਰ। ਤੇ ਮਾਇਆ ਦਾ ਮਹਾਰਾਜ ਕਹਿੰਦੇ ਤਪਦਾ ਹੋਇਆ ਜਿਹੜਾ ਅੰਗਿਆਰਾ ਸੀ ਨਾ ਸਾਡੇ ਅੰਦਰ ਉਹ ਬੁਝ ਗਿਆ। ਬੁਝਿਆ ਉਚਾਰਨ ਪੋਲਾ ਹੋਣਾ। ਮਾਇਆ ਤਪਤ ਬੁਝਿਆ ਅੰਗਿਆਰ ਭਾਵ ਸੰਕਲਪਾਂ ਰੂਪੀ, ਖਿਆਲਾਂ ਦੀ ਉਧੇੜ ਬੁਣ ਰੂਪੀ, ਫੁਰਨਿਆਂ ਰੂਪੀ ਜਿਹੜਾ ਅੰਗਿਆਰਾ ਸੀ ਨਾ ਮਾਇਆ ਦਾ ਸਾਡੇ ਅੰਦਰ, ਮਹਾਰਾਜ ਕਹਿੰਦੇ ਉਹ ਬੁਝ ਗਿਆ ਹੈ। ਮਨ ਸੰਤੋਖ ਨਾਮ ਆਧਾਰ। ਔਰ ਸਾਡੇ ਮਨ ਨੂੰ ਸੰਤੋਖ ਆ ਗਿਆ, ਸਬਰ ਸ਼ੁਕਰ ਦੇ ਵਿੱਚ ਆ ਗਿਆ, ਤ੍ਰਿਪਤੀ ਹੋ ਗਈ, ਰਜੇਵਾਂ ਹੋ ਗਿਆ, ਘਾਈ ਹੋ ਗਈ ਸਾਡੇ ਮਨ ਦੀ। ਕਿਵੇਂ ਹੋਈ ਹੈ? ਨਾਮ ਆਧਾਰ। ਨਾਮ ਦੇ ਆਸਰੇ ਭਾਈ ਸਾਡੇ ਮਨ ਨੂੰ ਸੰਤੋਖ ਆਇਆ, ਸਬਰ ਸ਼ੁਕਰ ਦੇ ਵਿੱਚ ਆਇਆ। ਔਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋ ਤਤ ਅੰਤਰ ਜਾਮੇ, ਜਲ ਥਲ ਪੂਰ ਰਹੇ ਪ੍ਰਭ ਸੁਆਮੀ। ਹੁਣ ਜਿਹੜੇ ਸੁਆਮੀ ਨੂੰ ਲੋਕ ਲੱਭਦੇ ਫਿਰਦੇ ਨੇ, ਉਹ ਸੁਆਮੀ ਉਹ ਪਰਮੇਸ਼ਰ ਮਾਲਕ ਸਾਡੇ ਲਈ ਜਲ ਔਰ ਥਲ ਦੇ ਵਿੱਚ ਪੂਰਨ ਹੋ ਗਿਆ, ਵਿਆਪਕ ਹੋ ਗਿਆ। ਹੁਣ ਸਾਨੂੰ ਕਣ ਕਣ ਦੇ ਵਿੱਚ, ਜ਼ਰੇ ਜ਼ਰੇ ਦੇ ਵਿੱਚ ਵਿਆਪਕ ਪ੍ਰਤੀਤ ਹੋਣ ਡਿਆ ਪਿਆ ਪਰਮੇਸ਼ਰ। ਜਲ ਅਰਥਾਤ ਪਾਣੀ ਦੇ ਵਿੱਚ ਵੀ ਉਹਦੀ ਹੋਂਦ ਅਸਤੀ ਦਾ ਅਹਿਸਾਸ ਹੁੰਦਾ ਸਾਨੂੰ। ਥਲ ਅਰਥਾਤ ਖੁਸ਼ਕੀ ਜਾਂ ਮਿੱਟੀ ਦੇ ਉੱਪਰ ਵੀ, ਧਰਤੀ ਦੇ ਉੱਪਰ ਵੀ ਸਾਨੂੰ ਉਹ ਪਰਮੇਸ਼ਰ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਗੱਲ ਕੀ ਮਹਾਰਾਜ ਕਹਿੰਦਾ ਜਤ ਪਿੱਖ ਤਤ ਅੰਤਰ ਜਾਮੀ। ਹੁਣ ਤੇ ਅਸੀਂ ਜਿੱਧਰ ਵੀ ਵਹਿੰਦੇ ਹਾਂ, ਜਿੱਧਰ ਵੀ ਵਹਿੰਦੇ ਹਾਂ, ਉੱਧਰੋਂ ਹੀ ਸਾਨੂੰ ਅੰਦਰ ਦੀਆਂ ਜਾਣਨ ਵਾਲਾ ਪਰਮੇਸ਼ਰ ਹੀ ਪ੍ਰਤੀਤ ਹੁੰਦਾ ਹੈ। ਸੋ ਅੱਗੋਂ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ, ਕਹਿੰਦੇ ਆਪਣੀ ਭਗਤ ਆਪ ਹੀ ਦ੍ਰਿੜਾਈ, ਪੂਰਬ ਲਿਖਤ ਮਿਲਿਆ ਮੇਰੇ ਭਾਈ, ਜੈਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸੁਆਮੀ ਗਰੀਬ ਨਿਵਾਜ। ਆਪਣੀ ਭਗਤ ਆਪ ਹੀ ਦ੍ਰਿੜਾਈ। ਆਪਣੀ ਐੜਾ ਫੇਰ ਮੁਕਤਾ ਕੰਨਾਂ ਨਹੀਂ ਲਾਉਣਾ, ਧਿਆਨ ਰੱਖਣਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਣੀ ਭਗਤੀ ਆਪ ਹੀ ਦ੍ਰਿੜ ਕਰਵਾਈ ਸਾਨੂੰ। ਪਾਤਸ਼ਾਹ ਕੇਵਲ ਭਗਤੀ ਦੱਸਦੇ ਨਹੀਂ ਹਨ, ਭਗਤੀ ਦੇ ਵਿੱਚ ਦ੍ਰਿੜ ਕਰਦੇ ਨੇ ਆਪਣੇ ਦਾਸਰਿਆਂ ਨੂੰ, ਪਰਪੱਕ ਕਰਦੇ ਨੇ, ਪਰਪੱਕ। ਫਿਰ ਚਾਹੇ ਬਾਦਸ਼ਾਹ ਜਿਵੇਂ ਕਬੀਰ ਜੀ ਦੇ ਉੱਪਰ ਜ਼ੁਲਮ ਵੀ ਕਰਦਾ ਰਿਹਾ, ਉਹਨਾਂ ਨੇ ਪਰਮੇਸ਼ਰ ਦਾ ਨਾਮ ਬੇਖੌਫ ਹੋ ਕੇ ਜਪਿਆ। ਲੋਕਾਂ ਨੇ ਵਿਰੋਧ ਵੀ ਕੀਤਾ, ਕਬੀਲੇ ਵਾਲਿਆਂ ਕਬੀਲੇ 'ਚੋਂ ਛੇਕ ਦਿੱਤਾ, ਪਰ ਕਬੀਰ ਜੀ ਨੇ ਜਿਹੜਾ ਸੀ ਟਸ ਤੋਂ ਮਸ ਨਾ ਹੋਏ, ਕਿਉਂਕਿ ਉਹਨਾਂ ਨੂੰ ਪਾਤਸ਼ਾਹ ਜੀ ਨੇ ਭਗਤੀ ਦੱਸੀ ਨਹੀਂ ਸੀ, ਕੇਵਲ ਭਗਤੀ ਦੇ ਵਿੱਚ ਦ੍ਰਿੜ ਕੀਤਾ ਸੀ। ਦ੍ਰਿੜ ਆਪਣੀ ਭਗਤ ਆਪ ਹੀ ਦ੍ਰਿੜਾਈ। ਤੇ ਪਾਤਸ਼ਾਹ ਜੀ ਨੇ ਆਪਣੀ ਭਗਤੀ ਆਪ ਹੀ ਸਾਨੂੰ ਦ੍ਰਿੜ ਕਰਵਾਉਣੀ ਕੀਤੀ, ਪਰਪੱਕ ਕਰਨਾ ਕੀਤਾ ਭਗਤੀ ਦੇ ਵਿੱਚ। ਪੂਰਬ ਲਿਖਤ ਮਿਲਿਆ ਮੇਰੇ ਭਾਈ। ਤੇ ਕਬੀਰ ਪਾਤਸ਼ਾਹ ਕਹਿੰਦਾ ਹੈ ਮੇਰੇ ਭਾਈ ਜਨ, ਪੁਰਬਲੇ ਕਰਮਾਂ ਦੇ ਮੁਤਾਬਕ ਸਾਡੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ ਸਾਨੂੰ ਗੁਰੂ ਦੀ ਸੰਗਤ ਪ੍ਰਤੀਤ ਹੋਵੇਗੀ, ਪ੍ਰਾਪਤ ਹੋਵੇਗੀ, ਔਰ ਸਾਨੂੰ ਭਗਤੀ ਦੀ ਦਾਤ ਮਿਲੇਗੀ, ਅਸੀਂ ਭਗਤੀ 'ਚ ਪਰਪੱਕ ਹੋਵਾਂਗੇ। ਸਾਰਾ ਪੁਰਬਲੀ ਲਿਖਤ ਦੇ ਮੁਤਾਬਕ ਅਸੀਂ ਪਾਇਆ ਹੈ ਮੇਰੇ ਭਾਈ ਜਨ। ਪੂਰਬ ਲਿਖਤ ਮਿਲਿਆ ਮੇਰੇ ਭਾਈ। ਮਹਾਰਾਜ ਕਹਿੰਦੇ ਜੈਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸੁਆਮੀ ਗਰੀਬ ਨਿਵਾਜ। ਜਿਸ ਕਿਰਪਾ ਕਰੇ, ਜਿਹਦੇ 'ਤੇ ਕਿਰਪਾ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੀ ਮਿਹਰ ਕਰਦੇ ਨੇ, ਰਹਿਮਤ ਕਰਦੇ ਨੇ। ਤਿਸ ਪੂਰਨ ਸਾਜ, ਉਸ ਦਾਸਰੇ ਦੀ, ਉਸ ਗੁਰਮੁਖ ਗੁਰੂ ਪਿਆਰੇ ਦੀ ਸਾਜਣਾ ਜਿਹੜੀ ਰਚਨਾ ਜਿਹੜੀ ਨਾ ਪੂਰਨ ਹੋ ਨਿਬੜਦੀ ਹੈ, ਉਹ ਅਧੂਰਾ ਨਹੀਂ ਰਹਿ ਜਾਂਦਾ। ਉਹਦੀ ਸਾਜਨਾ ਮਹਾਰਾਜ ਕਹਿੰਦੇ ਉਹਦੀ ਬਣਤਰ, ਉਹਦੀ ਰਚਨਾ, ਉਹਦੀ ਘਾੜਤ ਪੂਰਨ ਹੋ ਨਿਬੜਦੀ, ਉਹ ਪੂਰਾ ਹੋ ਨਿਬੜਦਾ ਹੈ। ਕਬੀਰ ਕੋ ਸੁਆਮੀ ਗਰੀਬ ਨਿਵਾਜ। ਅਤੇ ਇਸ ਤਰ੍ਹਾਂ ਕਬੀਰ ਜੀ ਕਹਿੰਦੇ ਜਿਹੜਾ ਸਾਡਾ ਸੁਆਮੀ ਹੈ ਨਾ, ਜਿਹੜਾ ਸਾਡਾ ਮਾਲਕ ਹੈ, ਉਹ ਰਾਜਾ ਰਾਮ ਭਾਵ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ, ਉਹ ਤਾਂ ਭਾਈ ਗਰੀਬਾਂ ਨੂੰ ਨਿਵਾਜਣ ਵਾਲੇ, ਜਿਹੜੇ ਮੰਨਦੇ ਵੀ ਗਰੀਬ ਹਨ ਨਾ, ਮਾਰੇ ਕਹਿੰਦੇ ਉਹਨਾਂ ਨੂੰ ਮਾਣ ਬਖਸ਼ਣ ਵਾਲਾ ਹੈ। ਗਨੀਮ ਉਲ ਖਰਾਜ਼ ਹੈ, ਗਰੀਬ ਉਲ ਨਿਵਾਜ਼ ਹੈ, ਜਿਵੇਂ ਕਲਗੀਧਰ ਪਾਤਸ਼ਾਹ ਜਾਪ ਸਾਹਿਬ 'ਚ ਕਹਿੰਦੇ ਨੇ।
ਵੈਰੀਆਂ ਨੂੰ ਬੇਸ਼ੱਕ ਉਹ ਕਰ ਲਾਉਣ ਵਾਲਾ, ਟੈਕਸ ਲਾਉਣ ਵਾਲਾ, ਖਰਾਸ ਲਾਉਣ ਵਾਲਾ, ਪਰ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਸੋ ਮਹਾਰਾਜ ਕਹਿੰਦੇ ਜੈਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸੁਆਮੀ ਗਰੀਬ ਨਿਵਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।